मोदी का घोड़ा किसी ने नहीं फड़िया। ਭਾਰਤ ਦੇ ਵਿੱਚ ਜਿਹੇ ਜੇ ਮਰਜ਼ੀ ਉਹ ਕਾਨੂੰਨ ਬਣਾਵੇ, ਜਿਹੇ ਜੇ ਮਰਜ਼ੀ ਐਕਟ ਲੈ ਕੇ ਆਵੇ, ਕੱਲੇ ਕਿਸਾਨਾਂ ਨੇ ਉਹਦਾ ਘੋੜਾ ਫੜ ਕੇ ਆਪਦੇ ਮੰਜੇ ਦੇ ਪਾਵੇ ਨਾਲ ਬੰਨਿਆ। ਕਿਸਾਨ ਜਥੇਬੰਦੀਆਂ, ਕਿਸਾਨ ਆਗੂ ਉਹ ਨਹੀਂ ਚਾਹੁੰਦੇ ਕਿ ਸਾਡਾ ਟਰਾਲੀਆਂ ਦੇ ਵਿੱਚੋਂ, ਸਾਡੇ ਪੰਜਾਬ ਦੇ ਵਿੱਚੋਂ, ਦੇਸ਼ ਦੇ ਵਿੱਚੋਂ ਟਰਾਲੀਆਂ ਦੇ ਵਿੱਚ ਜੋਸ਼ ਆਇਆ, अन्नदाता आया। वो ट्रालियां च असी नाज लद के लैके आए हैं, असी वो ट्रालियां च नौजवानी लैके आए, वो ट्रालियां च सियाणप लैके आए हैं, जोश लैके आए हैं। असी वो ट्रालियां दे विच लाशां नहीं लद के लैके जानियां। अब इस गुलिस्तान को पड़ी लहू की ज़रूरत, सबसे पहले हमारी गर्दन कटी, फिर भी कहते हैं हमसे ये अहले चमन, ये हमारा चमन है तुम्हारा नहीं। कहता बात होती गुलों तक तो सह लेते हम, बात होती गुलों तक तो सह लेते हम, अब तो कांटों पर भी हक हमारा नहीं। मेरे अखां जो हंझू आ गए तो अखां मेरियां नाम होंगे। ਉਹਦੇ ਕੋਲੇ ਆਸ਼ਾ ਟਰੈਕਟਰ ਟੁੱਟਿਆ ਹੋਇਆ, ਉਹ ਆਰਥਿਕ ਤੌਰ ਤੇ ਗਰੀਬ ਹੋ ਸਕਦਾ ਤਾਂ, ਪਰ ਕੱਲਾ ਹੀ ਉਹਦੇ ਝੰਡਾ ਮੂਹਰੇ ਲਾਇਆ, ਕਿਸਾਨੀ ਦਾ ਝੰਡਾ। ਉਹ ਦਿੱਲੀ ਨੂੰ ਆ ਰਿਹਾ ਸੀ, ਉਹ ਰਾਤ ਨੂੰ ਅਸੀਂ 10 ਵਜੇ ਦਿੱਲੀ ਦੇ ਵਿੱਚ ਵੜ ਰਹੇ ਸੀ, 10 ਵਜੇ ਉਹ ਆ ਰਿਹਾ ਸੀ ਕੱਲਾ। ਜਿਹਨੇ ਉੱਡਣਾ ਹੁੰਦਾ ਉਹ ਕਿਸੇ ਦੀ ਢੀਕ ਨਹੀਂ ਕਰਦਾ, ਕੱਲਾ ਉੱਡ ਖੜਦਾ कि खाक नसीनो उठ बैठो, वो वक्त करीब आ पहुँचा जब ताज छाले जाएंगे, जब राज गिराए जाएंगे। हुण राज गिराउण दा वेला ते ताज छालण दा वेला। ये मिट्टी दे वारसो, मिट्टी दे पुत्रो, दिल्ली वालों असी दिल्लियों जित के जाना। असी जितण लई बने, असी हारन लई बने नहीं। सत श्री अकाल, तुसीं RMB ਟੈਲੀਵਿਜ਼ਨ देख रहे हो। मैं हाँ जस गरेवाल। इस तो पहला देश दुनिया की नज़र जी 26 तारीख ते सी, पर 26 तारीख नूं जिहड़ा एक इदां दा घटनाक्रम हुंदा आ जदों जो किसी ने सोचा भी नहीं होना, खासकर किसानां ने सोचा नहीं होना, जिहदे नाल किसानां ते किसानी नूं प्यार करन वालियां दे दिल वलूंदरे गए। खासकर ਉਹ जो लोग किरती लोग जो 62 ਦਿਨਾਂ ਤੋਂ इस दिल्ली की धरती ते बैठे। इस बाबत मेरे नाल गलबात करन दे लई बाई मिंटू सरपंच होणगे, उन्हां दे नाल गलबात करांगे। मिंटू बाई, ਇਹ ਚੀਜ਼ ਤੁਸੀਂ ਬੜੇ ਟਾਈਮ ਤੋਂ ਜੁੜੇ ਹੋਏ ਹੋ ਨਾਲ, ਹੈ ਨਾ, ਜਦੋਂ ਤੋਂ ਅੰਦੋਲਨ ਚੱਲਿਆ ਨਾਲੋਂ ਪੰਜਾਬ ਦੇ ਵਿੱਚ, ਉਸ ਤੋਂ ਬਾਅਦ ਦਿੱਲੀ ਦੇ ਵਿੱਚ, ਇਹ ਚੀਜ਼ ਕਦੇ ਚੇਤੇ ਦੇ ਵਿੱਚ ਸੀ? ਬਿਲਕੁਲ ਹੀ ਨਹੀਂ ਸੀ, ਇਸ ਤਰ੍ਹਾਂ ਦਾ ਜਮਾ ਹੀ ਨਹੀਂ ਸੀ ਮਨ ਦੇ ਵਿੱਚ ਕਿ ਇਸ ਤਰ੍ਹਾਂ ਹੋਊਗਾ, ਕਿਉਂਕਿ ਸਰਕਾਰ ਇਸ ਤਾਂਘ 'ਚ ਸੀ ਵੀ ਇਸ ਮੋਰਚੇ ਨੂੰ ਕਿਵੇਂ ਅਸੀਂ ਖਰਾਬ ਕਰੀਏ, ਕਿਵੇਂ ਇਹਨੂੰ ਬਦਨਾਮ ਕਰੀਏ। ਕਿਉਂਕਿ ਸਰਕਾਰ ਬਹੁਤ ਕੁਝੀਆਂ ਹਰਕਤਾਂ ਕਰ ਰਹੀ ਸੀ, ਉਹਨੇ ਆਪਦੇ ਬੰਦੇ ਵੀ ਇਹਦੇ ਵਿੱਚ ਬਾੜੇ ਹੋਏ ਸੀ, ਬਹੁਤ ਸਾਰੇ ਖਰੀਦੇ ਹੋਏ, ਔਰ ਲਗਭਗ ਇੱਥੇ ਕਈ ਵਾਰੀ ਅਕਸਰ ਪੁੱਛੀਦਾ ਸੀ, ਕਹਿੰਦੇ ਵੀ 3-4 ਹਜ਼ਾਰ ਬੰਦਾ ਜਿਹੜਾ ਏਜੰਸੀਆਂ ਦਾ ਬੰਦਾ ਵਿੱਚ ਤੁਰਿਆ ਫਿਰਦਾ ਹਰ ਰੋਜ਼। ਉਹ ਇੰਟੈਲੀਜੈਂਸੀਆਂ ਦੇ ਬੰਦੇ ਇਹਨੂੰ ਵਾਚ ਕਰ ਰਹੇ ਸੀ, ਸਰਕਾਰ ਤੱਕ ਹਰੇਕ ਗੱਲ ਨੂੰ ਪਹੁੰਚਾ ਰਹੇ ਸੀ। ਉਹਨਾਂ ਨੂੰ ਕੋਈ ਗੱਲ ਸਮਝ ਨਹੀਂ ਲੱਗ ਰਹੀ ਸੀ। ਪਹਿਲਾਂ ਉਹਨਾਂ ਨੇ ਅੱਤਵਾਦੀ ਆਖਿਆ, ਫਿਰ ਵੱਖਵਾਦੀ ਆਖਿਆ, ਫਿਰ ਖਾਲਿਸਤਾਨੀ ਆਖਿਆ। ਉਹਨਾਂ ਨੇ ਹਰੇਕ ਤਰ੍ਹਾਂ ਦਾ ਲੈਵਲ ਸਾਨੂੰ ਦੇਣਾ ਚਾਹਿਆ, ਪਰ ਉਹ ਸਾਰੇ ਯਤਨਾਂ 'ਚ ਫੇਲ ਹੋ ਗਏ, ਕੋਈ ਪਾਸ ਨਾ ਹੋਇਆ। ਪਰ ਹੁਣ ਸਾਡੀ ਬੜੀ ਕੱਲ੍ਹ ਵਾਲਾ ਜਿਹੜਾ ਸਾਰਾ ਮੰਜ਼ਰ ਅਸੀਂ ਦੇਖਿਆ, ਆਪਦੀ ਅੱਖੀਂ ਦੇਖਿਆ ਮੈਂ ਖਾਸ ਕਰਕੇ, ਕਿ ਜਿਹਦੇ ਨਾਲ ਹਰੇਕ ਮੇਰਾ ਵੀ, ਔਰ ਮੈਂ ਸਮਝਦਾ ਕਿ ਇਸ ਮੋਰਚੇ ਨੂੰ ਔਰ ਕਿਸਾਨੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਲੋਕ ਸੀ, ਉਹਨਾਂ ਦਾ ਹਰੇਕ ਦਾ ਦਿਲ ਅੱਜ ਦੁਖੀ ਹੋਇਆ। ਪਰ ਪੰਜਾਬੀ ਦੇ ਮਹਾਨ ਕਵੀ ਸੁਰਜੀਤ ਪਾਤਰਾਂ ਦਾ ਕਿ ਕੀ ਹੋਇਆ ਜੇ ਪੱਤਝੜ ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸਾਨੂੰ ਦਿਲ ਦਾਸ ਕਰਨ ਦੀ ਲੋੜ ਨਹੀਂ, ਸਾਡੇ ਕੋਲੇ ਆਸ ਦੀਆਂ ਕਲਮਾਂ ਹੈ, ਅਸੀਂ ਜ਼ਰੂਰ ਉਹ ਆਸ ਦੀਆਂ ਕਲਮਾਂ ਨੂੰ ਲਾਵਾਂਗੇ, ਬੀਜਾਂਗੇ, ਔਰ ਅਸੀਂ ਦਿੱਲੀ ਮੋਰਚਾ ਜਿੱਤ ਕੇ ਜਾਵਾਂਗੇ। ਸਰਕਾਰੀ ਏਡੀ ਵੱਡੀ ਸੰਸਥਾ ਹੋਵੇ, ਉੱਥੇ ਫੋਰਸ ਵੀ ਹੋਵੇ, ਪਰ ਕਿਸਾਨਾਂ ਦਾ ਇੱਕ ਹਜੂਮ ਉੱਥੇ ਪਹੁੰਚ ਜੇ, ਇਹ ਗੱਲ ਕਿਤੇ ਨਾ ਕਿਤੇ ਜਹਿਣ ਦੇ ਵਿੱਚ ਸਵਾਲੀਆ ਚਿੰਨ੍ਹ ਨਹੀਂ ਖੜਾ ਕਰਦੀ? ਬਿਲਕੁਲ, ਇਹ ਸਾਰਾ ਕੁਝ ਹੀ ਬਹੁਤ ਪਲਾਨ ਦੇ ਨਾਲ ਕੀ ਕਰਾਇਆ ਗਿਆ, ਕਿਉਂਕਿ ਬਹੁਤ ਕਿਸੇ ਵੀ ਕਿਸਾਨਾਂ ਨੂੰ ਇਹ ਯਾਦ ਚੇਤੇ ਵੀ ਨਹੀਂ ਸੀ ਇਸ ਤਰ੍ਹਾਂ ਹੋਊਗਾ। ਉਹੀ ਰੋਡ ਮੈਪ ਤਿਆਰ ਕੀਤਾ ਗਿਆ ਗੌਰਮੈਂਟ ਵੱਲੋਂ। ਉੱਥੇ ਲੋਕ ਮੱਲੋ ਮੱਲੀ ਐਟੋਮੈਟਿਕ ਉਹ ਰਾਹਾਂ ਦੇ, ਕਈ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਸੀ ਅਸੀਂ ਕਿੱਧਰ ਜਾ ਰਹੇ ਹਾਂ। ਦਿੱਲੀ ਦੇ ਵਿੱਚ ਲੋਕਾਂ ਨੂੰ ਦਿੱਲੀ ਦਾ ਪਤਾ ਹੀ ਨਹੀਂ ਸੀ, ਗਿਆਨ ਨਹੀਂ ਸੀ, ਲਾਲ ਕਿਲ੍ਹਾ ਕਿੱਧਰ ਆ, ਰਿੰਗ ਰੋਡ ਕੀ ਆ, ਉਹਨਾਂ ਨੂੰ ਕੋਈ ਗੱਲ ਦਾ ਗਿਆਨ ਨਹੀਂ ਸੀ। ਜਿਸ ਪਾਸੇ ਨੂੰ ਪਹਿਲਾਂ ਭੀੜ ਚੱਲੀ, ਸਾਡੇ ਕਿਸਾਨਾਂ ਦੇ ਟਰੈਕਟਰ ਚੱਲੇ, ਉਸ ਪਾਸੇ ਨੂੰ ਹੀ ਲੋਕ ਮਗਰ ਆਪ ਮੁਹਾਰੇ ਜਿਵੇਂ ਦਰਿਆ ਵਹਿੰਦੇ ਹੁੰਦੇ ਆ ਉਸ ਤਰ੍ਹਾਂ ਵਹਿ ਗਏ। ਇਹ ਤਾਂ ਉਦੋਂ ਗਾਂਹ ਜਦੋਂ ਬਹੁਤ ਸਾਰੇ ਲੋਕਾਂ ਨੂੰ, ਜਿਵੇਂ ਮੇਰੇ ਵਰਗੇ ਲੋਕਾਂ ਨੂੰ ਵੀ, ਸਾਡੇ ਵਰਗੇ ਜਿਹੜੇ ਹੋਰ ਵੀ ਸੀਗੇ, ਸਾਨੂੰ ਜਦੋਂ ਲਾਲ ਕਿਲ੍ਹੇ ਦੇ ਉੱਥੋਂ ਦੀ ਕੋਲ ਦੀ ਲੰਘੇ, ਸਾਨੂੰ ਉਦੋਂ ਸਾਰਾ ਪਤਾ ਲੱਗਿਆ ਵੀ ਅਸੀਂ ਉੱਥੇ ਪਹੁੰਚ ਗਏ ਹਾਂ। ਔਰ ਇਹ ਵਾਕਈ ਸਾਨੂੰ ਸਮਝ ਹੀ ਨਹੀਂ ਲੱਗ ਰਹੀ ਸੀ ਵੀ ਸਾਨੂੰ ਕਿਸ ਪਾਸੇ ਡਾਇਰੈਕਸ਼ਨਾਂ ਦੇ ਕੇ ਸਾਡੇ ਪਹਿਲੇ ਜਿਹੜੇ ਮੂਹਰੇ ਲੱਗੇ ਹੋਏ ਸੀ ਉਹ ਕਿਸ ਪਾਸੇ ਸਾਨੂੰ ਲਿਜਾ ਰਹੇ ਆ, ਔਰ ਕਿਵੇਂ ਸਾਰੀ ਪੁਲਿਸ ਔਰ ਸਰਕਾਰ ਇਹ ਖੇਲ ਖੇਲ ਰਹੀ ਹੈ। ਸਾਰਾ ਕੁਛ ਸਰਕਾਰ ਨੇ ਖੇਲ ਖੇਲਿਆ ਹੈ ਜਾਣ ਬੁੱਝ ਕੇ ਮੋਰਚੇ ਨੂੰ ਬਦਨਾਮ ਕਰਨ ਦੀ ਖਾਤਰ ਔਰ ਮੋਰਚੇ ਨੂੰ ਢਾਹ ਲਾਉਣ ਦੀ ਖਾਤਰ। ਪਰ ਮੈਂ ਕਹਿੰਦਾ ਹੁੰਨਾ, ਕਹਿੰਦੇ ਹੁਣ ਧੰਨੇ ਦੀਆਂ ਰੱਬ ਚਾਰਦਾ, ਔਰ ਇੱਥੇ ਧੰਨੇ ਫਿਰਦੇ ਆ
ਧੰਨੇ ਫਿਰਦੇ ਆ, ਧੰਨਿਆਂ ਦੀਆਂ ਰੱਬ ਚਾਰੂਗਾ। ਔਰ ਚਾਰੀਆਂ ਵੀ ਆ ਹੁਣ ਤੱਕ ਸਾਡੇ ਮੋਰਚੇ ਨੂੰ ਕੋਈ ਬੰਦੇ ਨਹੀਂ ਚਲਾ ਰਹੇ, ਉਹ ਆਪ ਵਾਹਿਗੁਰੂ ਪ੍ਰਮਾਤਮਾ ਨੀਲੀ ਛਤਰੀ ਵਾਲਾ ਚਲਾ ਰਿਹਾ। ਔਰ ਨੀਲੀ ਛਤਰੀ ਵਾਲਾ ਹੀ ਮੈਨੂੰ ਆਪੇ ਹੁਣ ਡਾਇਰੈਕਸ਼ਨ ਦੇ ਕੇ ਇਹਨੂੰ ਉਸ ਪਾਸੇ ਨੂੰ ਲੈ ਕੇ ਜਾਊਗਾ, ਚੜ੍ਹਦੀ ਕਲਾ ਵਾਲੇ ਪਾਸੇ ਨੂੰ। ਬਹੁਤ ਸਾਰੇ ਲੋਕ ਅੱਜ ਮਜੂਸ ਆ ਕਿਉਂਕਿ ਨੈੱਟ ਇੱਥੋਂ ਬੰਦ ਕਰਤਾ ਬਿਲਕੁਲ ਦਿੱਲੀ, ਔਰ ਟੈਲੀਫੋਨ ਦੇਸ਼ਾਂ ਵਿਦੇਸ਼ਾਂ 'ਚੋਂ ਆ ਰਹੇ ਆ ਕਿ ਕੀ ਹੋਇਆ ਯਾਰ, ਬਹੁਤ ਮਾੜੀ ਗੱਲ ਹੋਈ, ਪਿੱਠ ਲੱਗ ਗਈ ਆਪਾਂ ਨੂੰ। ਉਹਨਾਂ ਨੂੰ ਕੋਈ ਪਿੱਠ ਨਹੀਂ ਲੱਗੀ, ਠੀਕ ਆ। ਨਿੱਕੀਆਂ ਮੋਟੀਆਂ ਗੱਲਾਂ ਇਹੋ ਜਿਹੇ ਵੱਡੇ ਮੋਰਚਿਆਂ ਦੇ ਵਿੱਚ ਨਿੱਕੀਆਂ ਤਰਾ ਚੜਾ ਆਉਂਦੇ ਰਹਿੰਦੇ ਆ, ਪਰ ਸਰਕਾਰ ਹਜੇ ਵੀ ਭੁਲੇਖੇ 'ਚ ਆ, ਉਹਨੂੰ ਹਜੇ ਵੀ ਭੁਲੇਖੇ 'ਚ ਆ ਸਰਕਾਰ। ਉਹਨਾਂ ਨੂੰ ਆਇਆ ਕਿਤੇ ਇਹ ਮੋਰਚਾ ਖਿੰਡ ਜਾਊਗਾ, ਇਹ ਲੋਕ ਨਿਰਾਸ਼ ਹੋ ਕੇ ਉੱਠ ਜਾਣਗੇ। ਬਿਲਕੁਲ ਨਹੀਂ ਗਏ, ਸੁਬਾਹ ਤੋਂ ਲੱਗੇ ਹੋਏ ਆ। ਹਰੇਕ ਟਰਾਲੀ ਵਾਲੇ ਕੋਲੇ ਗਏ ਆ, ਹਰੇਕ ਟਰੈਕਟਰ ਵਾਲੇ ਕੋਲੇ ਗਏ ਆ, ਹਰੇਕ ਕਾਰ ਵਾਲੇ ਕੋਲੇ ਜਾ ਕੇ ਬੇਨਤੀ ਕੀਤੀ ਆ ਵੀ ਆਪਾਂ ਨਹੀਂ ਜਾਣਾ। ਉਹ ਚੜ੍ਹਦੀ ਕਲਾ 'ਚ ਪਹਿਲਾਂ ਹੀ ਉਹ ਪਹਿਲਾਂ ਹੀ ਲਲਕਾਰੇ ਮਾਰਦੇ ਆ, ਉਹ ਕਹਿੰਦੇ ਜਿੱਤ ਕੇ ਜਾਵਾਂਗੇ ਅਸੀਂ, ਉਹਨਾਂ ਚਿਰ ਦਿੱਲੋਂ ਜਾਣਾ ਨਹੀਂ। ਅਸੀਂ ਆਪਦਾ ਸਮਾਨ ਲੈ ਕੇ ਆਏ 6-6 ਮਹੀਨੇ ਦਾ, ਸਰਕਾਰ ਨੂੰ ਦੱਸਾਂਗੇ ਜਿਹੜੀਆਂ ਮਰਜ਼ੀ ਕੋਝੀਆਂ ਚਾਲਾਂ ਚੱਲ ਲੈਣ, ਉਹ ਸਾਰੀਆਂ ਫੇਲ ਹੋਣਗੀਆਂ, ਪਹਿਲਾਂ ਵੀ ਹੋਣਗੀਆਂ, ਹੁਣ ਵੀ ਫੇਲ ਹੋਣਗੀਆਂ। ਜਿਵੇਂ ਸਾਡੇ ਉਧਰ ਪ੍ਰੈਸ ਕਾਨਫਰੰਸ ਸਾਡੇ ਲੀਡਰ ਸਾਹਿਬਾਨ ਕਰ ਰਹੇ ਆ, ਉਹਨਾਂ ਨੇ ਵੀ ਇਹੀ ਗੱਲ ਆਖੀ ਆ। ਇਹ ਸਾਰਾ ਕੁਝ ਸਰਕਾਰ ਨੇ ਕਰਵਾਇਆ, ਮੋਰਚੇ ਨੂੰ ਬਦਨਾਮ ਕਰਨ ਦੀ ਕਰਾਇਆ, ਔਰ ਉਸੇ ਪਾਸੇ ਨੂੰ ਲੈ ਕੇ ਗਿਆ ਲੋਕਾਂ ਨੂੰ ਜਾਣ ਬੁੱਝ ਕੇ, ਉਸ ਪਾਸੇ ਨੂੰ ਲੈ ਕੇ ਗਏ। ਆਪ ਰਸਤੇ ਦਿੱਤੀ ਆ ਸਾਰੇ। ਲਾਲ ਕਿਲ੍ਹੇ ਦੇ ਵਿੱਚ ਤਾਂ ਕਿਨੂੰ ਵੜਨ ਦੀ ਇਜਾਜ਼ਤ ਨਹੀਂ ਹੁੰਦੀ, ਉਹ ਵੀ 26 ਜਨਵਰੀ ਵਾਲੇ ਦਿਨ ਉੱਥੇ ਲੋਕ ਕਿਵੇਂ ਪਹੁੰਚੇ, ਕਿਵੇਂ ਲਗਾਇਆ ਗਿਆ, ਕਿਵੇਂ ਉੱਥੇ ਸਾਰਾ ਕੁਝ ਹੋਇਆ। ਇਹ ਸਾਰਾ ਕੁਝ ਤੁਸੀਂ ਜਾਣਦੇ ਹੋ, ਲੋਕ ਵੀ ਜਾਣਦੇ ਆ, ਪਰ ਨਿਰਾਸ਼ ਹੋਣ ਦੀ ਲੋੜ ਨਹੀਂ। ਮੋਰਚਾ ਚੜ੍ਹਦੀ ਕਲਾ 'ਚ ਰਹੂਗਾ। ਪਰ ਜਿਹੜੇ ਬੰਦੇ ਬਾਈ ਲਾਈਵ ਦੇ ਵਿੱਚ ਇਹ ਕਹਿੰਦੇ ਆ, ਲਾਈਵ ਦੇ ਵਿੱਚ ਜਾ ਕੇ ਝੰਡੇ ਲਗਾਉਂਦੇ ਆ, ਉਹ ਬਾਅਦ ਦੇ ਵਿੱਚ ਲਾਈਵ ਦੇ ਵਿੱਚ ਮੁੱਕਰ ਵੀ ਜਾਂਦੇ ਆ। ਇਹ ਗੱਲਾਂ ਕਿੱਧਰ ਨੂੰ ਜਾਂਦੀਆਂ ਨੇ? ਅਸਲ ਉਹੀ ਗੱਲ ਆ ਨਾ, ਇਹ ਉਹੀ ਗੱਲ ਆ। ਸਾਰਾ ਕੁਝ ਸਰਕਾਰ ਨੇ ਕਰਾਇਆ, ਕਿਸ ਢੰਗ ਨਾਲ ਕਰਾਇਆ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ। ਔਰ ਇਦੋਂ ਵੀ ਜ਼ਿਆਦਾ ਲੋਕ ਜਾਣਦੇ ਆ ਕਿ ਲੋਕਾਂ ਨੂੰ ਸਾਰਾ ਪਤਾ ਵੀ ਕਿਹੜਾ ਬੰਦਾ ਕੌਣ ਕਿਵੇਂ ਚੱਲ ਰਿਹਾ, ਕਿਹੜਾ ਬੰਦਾ ਕਿਵੇਂ ਚੱਲ ਰਿਹਾ। ਹਰੇਕ ਬੰਦੇ ਨੂੰ ਸਮਝ ਆ, ਪਰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੋਊਗੀਆਂ ਜਿਹੜੀਆਂ ਪਰਦੇ ਪਿੱਛੇ ਖੇਲ ਹੋਏ ਆ, ਜਿਹੜੇ ਪਰਦੇ ਪਿੱਛੇ ਖੇਲ ਹੋਏ ਆ। ਪਰ ਹੁਣ ਹੌਲੀ ਹੌਲੀ ਉਹ ਅੱਗੇ ਆ ਰਹੀਆਂ, ਹੌਲੀ ਹੌਲੀ ਅੱਗੇ ਆ ਰਹੀਆਂ। ਅਸੀਂ ਇਹ ਦੇਖੋ, ਬਹੁਤ ਸਾਰੇ ਲੋਕਾਂ ਦੇ ਪੈਰਾਂ 'ਚ ਚੱਪਲਾਂ ਵੀ ਹੈ ਨਹੀਂ ਸੀ ਜੀ, ਇਸ ਤਰ੍ਹਾਂ ਨੰਗੇ ਲੋਕਾਂ 'ਚ ਗਏ ਦਿਸ਼ਾ 'ਚ। ਕਿਉਂਕਿ ਜਿਹੜੀ 26 ਜਨਵਰੀ ਦੀ ਕਾਲ ਦਿੱਤੀ ਗਈ ਸੀ, ਪੂਰੇ ਦੇਸ਼ ਵਿੱਚੋਂ ਕਿਸਾਨ ਆਏ ਆ। ਜਿੱਦਣ ਅਸੀਂ ਆ ਰਹੇ ਸੀ ਟਰੈਕਟਰ ਲੈ ਕੇ ਪੰਜਾਬ ਦੇ ਉੱਤੋਂ, ਇੱਕ ਬੰਦੇ ਦੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ ਤੇ ਅੱਖਾਂ ਮੇਰੀਆਂ ਨਮ ਹੋ ਗਈਆਂ। ਉਹਦੇ ਕੋਲੇ ਆਸ਼ਾ ਟਰੈਕਟਰ ਟੁੱਟਿਆ ਹੋਇਆ, ਉਹ ਆਰਥਿਕ ਤੌਰ ਤੇ ਗਰੀਬ ਹੋ ਸਕਦਾ ਤਾਂ, ਪਰ ਇਕੱਲਾ ਹੀ ਉਹਦੇ ਝੰਡਾ ਮੂਹਰੇ ਲਾਇਆ, ਕਿਸਾਨੀ ਦਾ ਝੰਡਾ। ਉਹ ਦਿੱਲੀ ਨੂੰ ਆ ਰਿਹਾ ਸੀ, ਉਹ ਰਾਤ ਨੂੰ ਅਸੀਂ 10 ਵਜੇ ਦਿੱਲੀ ਦੇ ਵਿੱਚ ਵੜ ਰਹੇ ਸੀ, 10 ਵਜੇ ਉਹ ਆ ਰਿਹਾ ਸੀ ਇਕੱਲਾ। ਜਿਹਨੇ ਉੱਡਣਾ ਹੁੰਦਾ ਉਹ ਕਿਸੇ ਦੀ ਡੀਕ ਨਹੀਂ ਕਰਦਾ, ਇਕੱਲਾ ਉੱਡ ਖੜਦਾ। ਉਹਦੇ ਅੰਦਰ ਜਜ਼ਬਾ ਸੀ ਕਿਸਾਨੀ ਦਾ, ਆਪਣੀ ਜ਼ਮੀਨ ਦਾ, ਆਪਣੀ ਖਾਤਰ, ਆਪਣੀ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ, ਆਪਣੀਆਂ ਫਸਲਾਂ ਨੂੰ ਬਚਾਉਣ ਦੀ ਖਾਤਰ ਉਹ ਇਕੱਲਾ ਦਿੱਲੀ ਆ ਰਿਹਾ ਸੀ। ਉਹ ਆਰਥਿਕ ਤੌਰ ਤੇ ਗਰੀਬ ਸੀ ਪਰ ਦਿਲੋਂ ਅਮੀਰ ਸੀ। ਉਹੋ ਜਿਹੇ ਕਿਸਾਨਾਂ ਕਰਕੇ ਮੈਂ ਸਮਝਦਾ ਕਿ ਇਹ ਮੋਰਚਾ ਚੜ੍ਹਦੀ ਕਲਾ 'ਚ ਹੈ, ਚੜ੍ਹਦੀ ਕਲਾ 'ਚ ਰਹੂਗਾ। ਬੇਸ਼ੱਕ ਪਰਦੇ ਪਿੱਛੇ ਬਹੁਤ ਸਾਰੇ ਲੋਕਾਂ ਨੇ ਖੇਡ ਹੋਰ ਢੰਗ ਨਾਲ ਖੇਡੀ ਆ, ਉਹ ਸਾਰਾ ਆਉਣ ਵਾਲੇ ਦਿਨਾਂ 'ਚ ਨਸ਼ਰ ਹੋ ਜਾਊਗਾ। ਸਾਹਮਣੇ ਆ ਰਹੀ ਆ ਤਸਵੀਰਾਂ ਉਹ ਵੀ ਕਿਹਨੇ ਕਿਹੜਾ ਰੋਲ ਪਲੇ ਕੀਤਾ, ਕਿਹਨੇ ਕਿਹੜਾ ਕੀਤਾ। ਜਿਹੜੀ ਨਵੀਂ ਅਪਡੇਟ ਆ ਰਹੀ ਆ ਬਾਈ, ਜਿਹੜੇ ਪਰਚੇ ਆ ਉਹ ਕਿਸਾਨ ਆਗੂਆਂ ਤੇ ਹੋਇਆ, ਇਸ ਕਾਰਨ ਕਿ ਜਿਹੜੇ ਕਿਸਾਨ ਆ ਉਹ ਲਾਲ ਕਿਲ੍ਹੇ ਦੇ ਵਿੱਚ ਐਂਟਰ ਹੋਇਆ, ਉੱਥੇ ਤੋੜ ਭੰਨ ਕੀਤੀ ਆ। ਹਾਲਾਂ ਇੱਥੋਂ ਤੱਕ ਕਿ ਡਕੈਤੀ ਤੱਕ ਦੇ ਪਰਚੇ ਵੀ ਜਿਹੜੇ ਕਿਸਾਨ ਆਗੂਆਂ ਦੇ ਉੱਪਰ ਹੋ ਚੁੱਕਿਆ। ਜਿਹੜੇ ਕਿਸਾਨ ਆਗੂ ਸ਼ਾਂਤਮਈ ਆਪਣਾ ਪਰੇਡ ਜਿਹੜੀ ਆ ਉਹ ਕਰ ਰਹੇ ਸੀ। ਆਪਣੇ ਕਿਸਾਨ ਆਗੂ ਹੁਣੇ ਪ੍ਰੈਸ ਕਾਨਫਰੰਸ ਦੇ ਵਿੱਚ ਇਹੀ ਕਹਿ ਰਹੇ ਸੀ, ਜਦੋਂ ਫਿਰ ਐਡੇ ਵੱਡੇ ਅੰਦੋਲਨ ਲੜੇ ਜਾ ਰਹੇ ਆ, ਇਹੋ ਜਿਹੇ ਫਿਰ ਨਿੱਕੇ ਮੋਟੇ ਪਰਚੇ ਹੁੰਦੇ ਹੀ ਹੁੰਦੇ ਆ, ਸੁਭਾਵਿਕ ਆ। ਇਹਨਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਲੀਡਰਾਂ ਨੂੰ। ਜਦੋਂ ਜਿਹੜੀਆਂ ਫੌਜਾਂ ਦੇ ਜਰਨੈਲ ਤਕੜੇ ਹੋਣ, ਉੱਥੇ ਫਿਰ ਮਰਨ ਜਿਉਣ ਦਾ ਕੋਈ ਸਵਾਲ ਨਹੀਂ ਹੁੰਦਾ। ਉੱਥੇ ਪਰਚਿਆਂ ਦੀ ਗੱਲ ਛੋਟੀ ਆ, ਕਿਉਂਕਿ ਸਾਡੇ ਜਿਹੜੇ ਆਗੂ ਆ ਸਾਨੂੰ ਉਹਨਾਂ 'ਤੇ ਭਰੋਸਾ ਹੈ, ਕਿਉਂਕਿ ਉਹ ਇੰਨੀ ਸੰਜੀਦਗੀ ਨਾਲ, ਵਿਵੇਕਤਾ ਨਾਲ ਇੱਥੇ ਲੈ ਕੇ ਆਏ ਆ। ਔਰ ਮੈਂ ਕਾਫੀ ਲਗਭਗ 1.5 ਮਹੀਨਾ ਪਹਿਲਾਂ ਇੱਕ TV ਚੈਨਲ ਵਾਲੇ ਨਾਲ ਗੱਲ ਕਰ ਰਿਹਾ ਸੀ। ਉਹ ਕਹਿੰਦਾ ਸੀ ਲੋਕ ਜਜ਼ਬਾਤੀ ਕੋਈ ਇਹੋ ਜਿਹਾ ਫੈਸਲਾ ਮੰਗਦੇ ਆ ਕਿ ਇਹੋ ਜਿਹਾ ਸਾਨੂੰ ਫੈਸਲਾ ਦਿਓ, ਸਾਨੂੰ ਇਹੋ ਜਿਹਾ ਪ੍ਰੋਗਰਾਮ ਦਿਓ ਜਿਹਦੇ ਨਾਲ ਸਰਕਾਰ ਹਿੱਲ ਜੇ। ਮੈਂ ਉਹਨਾਂ ਨੂੰ ਇਹੀ ਆਖਿਆ ਸੀਗਾ ਵੀ ਠੀਕ ਆ, ਵੀ ਆਪਾਂ ਜਜ਼ਬਾਤੀ ਜਾਂ ਕੋਈ ਗਰਮ ਪ੍ਰੋਗਰਾਮ ਮੰਗਦੇ ਆ, ਜਿਹੜੇ ਪ੍ਰੋਗਰਾਮ ਨਾਲ ਸਰਕਾਰ ਹਿੱਲੇ ਤੇ ਆਪਣੇ ਜਿਹੜੇ ਮਸਲੇ ਹੱਲ ਹੋਣ ਤੇ ਕਾਨੂੰਨ ਰੱਦ ਹੋ ਜਾਣ। ਪਰ ਮੈਂ ਕਿਹਾ ਕਿਸਾਨ ਜਥੇਬੰਦੀਆਂ, ਕਿਸਾਨ ਆਗੂ ਉਹ ਨਹੀਂ ਚਾਹੁੰਦੇ ਕਿ ਸਾਡਾ ਟਰਾਲੀਆਂ ਦੇ ਵਿੱਚੋਂ, ਸਾਡੇ ਪੰਜਾਬ ਦੇ ਵਿੱਚੋਂ, ਦੇਸ਼ ਦੇ ਵਿੱਚੋਂ ਟਰਾਲੀਆਂ ਦੇ ਵਿੱਚ ਜੋਸ਼ ਆਇਆ, ਅੰਨਦਾਤਾ ਆਇਆ। ਉਹ ਟਰਾਲੀਆਂ 'ਚ ਅਸੀਂ ਨਾਜ ਲੱਦ ਕੇ ਲੈ ਕੇ ਆਏ ਆ, ਅਸੀਂ ਉਹ ਟਰਾਲੀਆਂ 'ਚ ਨੌਜਵਾਨੀ ਲੈ ਕੇ ਆਏ, ਉਹ ਟਰਾਲੀਆਂ 'ਚ ਸਿਆਣਪ ਲੈ ਕੇ ਆਏ ਆ, ਜੋਸ਼ ਲੈ ਕੇ ਆਏ ਆ। ਅਸੀਂ ਉਹ ਟਰਾਲੀਆਂ ਦੇ ਵਿੱਚ ਲਾਸ਼ਾਂ ਨਹੀਂ ਲੱਦ ਕੇ ਲੈ ਕੇ ਜਾਣੀਆਂ। ਕਿਹੜੇ ਮੂੰਹ ਨਾਲ ਜਿਹਦਾ ਪੁੱਤ ਚਲਿਆ ਜਾਂਦਾ, ਜਿਹਦੇ ਘਰੋਂ ਬੰਦਾ ਚਲਿਆ ਜਾਂਦਾ, ਜਿਹਦੇ ਘਰੋਂ ਸਿਰ ਦਾ ਸਾਈਂ ਚਲਿਆ ਜਾਂਦਾ, ਜਿਹਦੇ ਘਰੇ ਭੈਣ ਦਾ ਭਰਾ ਚਲਿਆ ਜਾਂਦਾ, ਯਾਰ ਉਹਨਾਂ ਨੂੰ ਪੁੱਛ ਕੇ ਦੇਖੋ। ਸਾਡੇ ਕਿਸਾਨ ਆਗੂ ਬੜੀ ਸੰਜੀਦਗੀ ਨਾਲ, ਵਿਵੇਕਤਾ ਨਾਲ ਇਹ ਮੋਰਚੇ ਨੂੰ ਚਲਾ ਰਹੇ। ਜਿਹੜੀ ਕੱਲ੍ਹ ਹੁੱਲੜਬਾਜ਼ੀਆਂ ਜਾਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੋਈਆਂ, ਇਹੋ ਜਿਹੇ ਮੰਜ਼ਰ ਦੇਖਿਆ, ਬੜਾ ਦੁੱਖ ਹੋਇਆ। ਇਸ ਗੱਲ ਦਾ ਬੜਾ ਦੁੱਖ ਹੋਇਆ ਕਿ ਯਾਰ ਇਹੋ ਜਿਹੀਆਂ ਯਾਰ ਸਾਡੇ ਨਾਲ ਐਸੀਆਂ ਗੱਲਾਂ ਹੋਈਆਂ। ਕੱਲ੍ਹ ਮੈਂ ਖੁਦ ਜਦੋਂ ਸਾਡੇ ਕੁਝ ਇਹੋ ਜਿਹੇ
ਅਟੈਕ ਹੋ ਰਿਹਾ ਸੀਗਾ, ਪੁਲਿਸ ਤੇ ਵੀ ਅਟੈਕ ਹੋ ਰਿਹਾ ਸੀਗਾ, ਪੁਲਿਸ ਨੇ ਪਹਿਲਾਂ ਸਾਡੇ ਬੰਦਿਆਂ ਤੇ ਵੀ ਅਟੈਕ ਕੀਤਾ, ਉਦੋਂ ਅਸੀਂ ਵਿੱਚ ਪਏ, ਅਸੀਂ ਵਿੱਚ ਪੈ ਕੇ ਸਾਰਾ ਕੁਝ ਇਹ ਕਰਾਇਆ। ਮੇਰੇ ਵੀ ਸੱਟ ਲੱਗੀ ਆ, ਦੇਖੋ ਕੱਲ ਅਸੀਂ ਵਿੱਚ ਉਹਦੇ ਵਿੱਚ ਸਾਰਾ ਅਸੀਂ ਰੋਲ ਪਲੇ ਕਰ ਰਹੇ ਸੀਗੇ ਕਿ ਕੋਈ ਇਹੋ ਜਿਹੀ ਗੱਲ ਨਾ ਹੋਵੇ, ਪਰ ਸਰਕਾਰ ਜਾਣਬੁੱਝ ਕੇ ਚਾਹੁੰਦੀ ਸੀ ਕਿ ਹੁੱਲੜਬਾਜੀ ਹੋਵੇ, ਜਾਣ ਕੇ ਉਹਨਾਂ ਨੇ ਸ਼ਰਾਰਤੀ ਬੰਦੇ ਵੀ ਵਿੱਚ ਆਪਦੇ ਫਿੱਟ ਕਰਕੇ ਭੇਜੇ ਆ। ਉਹ ਸਾਰਾ ਕੁਝ ਉਹਨਾਂ ਨੇ ਕਰਾਇਆ ਜਾਣਬੁੱਝ ਕੇ, ਮੋਰਚੇ ਨੂੰ ਢਾਹ ਲਾਈਏ ਵੀ ਕਿਵੇਂ ਨਾ ਕਿਵੇਂ ਇਹਦੀਆਂ ਗੋਡੀਆਂ ਲੱਗ ਜਾਣੇ, ਮੋਰਚਾ ਚੱਕਿਆ ਜਾਵੇ, ਕਿਉਂਕਿ ਗੌਰਮੈਂਟ ਦੀ ਗਲੇ ਦੀ ਹੱਡੀ ਬਣੀ ਹੋਈ ਆ। ਕਿਉਂਕਿ ਕਿਸਾਨ ਆਗੂ ਸਾਰੇ ਸਿਰਫ ਸਾਡੀ ਇੱਕੋ ਗੱਲ ਤੇ ਅੜਿਆ ਕਿ ਅਸੀਂ ਇਹ ਰੱਦ ਕਰਾ ਕੇ ਜਾਣੇ ਆ। ਉਹਨਾਂ ਨੇ ਮਿੰਨਤਾਂ ਕਰ ਲਈਆਂ ਗੌਰਮੈਂਟ ਦੇ ਵਜ਼ੀਰਾਂ ਨੇ ਕਿ ਯਾਰ ਤੁਸੀਂ ਇਹਨਾਂ ਨੂੰ ਹੋਲਡ ਕਰਾ ਲਓ, ਅਸੀਂ 1.5 ਸਾਲ ਲਈ ਇਹਨੂੰ ਲਾਗੂ ਕਰਦੇ, 2 ਸਾਲ ਨਹੀਂ ਕਰਦੇ, ਕਮੇਟੀ ਬਣਾ ਲਓ, ਉਦੋਂ ਬਾਅਦ ਤੁਸੀਂ ਇਹਨਾਂ ਨੂੰ ਅਸੀਂ ਜਿਵੇਂ ਤੁਹਾਡੀ ਕਮੇਟੀ ਕਹਿ ਦਊਗੀ ਅਸੀਂ ਰੱਦ ਕਰ ਦਾਂਗੇ। ਤੁਸੀਂ ਉੱਠ ਖੜੋ, ਹਾੜੇ ਯਾਰ ਮਿਹਨਤ। ਪਰ ਸਾਡੇ ਕਿਸਾਨ ਆਗੂਆਂ ਨੇ ਉਹਨਾਂ ਦੀ ਕੋਈ ਮਿਹਨਤ ਨਹੀਂ ਬੰਨੀ, ਕੋਈ ਉਹਨਾਂ ਦੇ ਹਾੜੇ ਉਹਨਾਂ ਨੇ ਹੱਥ ਵੀ ਬੰਨੇ, ਕੋਈ ਮੈਨੂੰ ਕਹਿੰਦੇ ਰੱਦ ਕਰਾ ਕੇ ਅਸੀਂ ਉੱਠਣਾ, ਕਿਉਂਕਿ ਇਹ ਬਹੁਤ ਵੱਡੀ ਪ੍ਰਾਪਤੀ ਆ। ਕਿਉਂਕਿ ਮੋਦੀ ਦਾ ਘੋੜਾ ਕਿਸੇ ਨੇ ਨਹੀਂ ਫੜਿਆ ਭਾਰਤ ਦੇ ਵਿੱਚ, ਜਿਹੇ ਜੇ ਮਰਜ਼ੀ ਉਹ ਕਾਨੂੰਨ ਬਣਾਵੇ, ਜਿਹੇ ਜੇ ਮਰਜ਼ੀ ਐਕਟ ਲੈ ਕੇ ਆਵੇ, ਇਕੱਲੇ ਕਿਸਾਨਾਂ ਨੇ ਉਹਦਾ ਘੋੜਾ ਫੜ ਕੇ ਆਪਦੇ ਮੰਜੇ ਦੇ ਪਾਵੇ ਨਾਲ ਬੰਨਿਆ। ਹੁਣ ਉਹਨੂੰ ਐਂ ਲੱਗਦਾ ਕਿ ਜੇ ਮੈਂ ਰੱਦ ਕਰਾਂ ਤਾਂ ਮੈਂ ਮਿੱਟੀ ਹੋ ਜੂੰ, ਪਰ ਇੱਧਰ ਕਿਸਾਨ ਆ ਜਿਹੜੇ ਕਿਸਾਨਾਂ ਨੇ ਦੇਸ਼ ਨੂੰ ਯਾਦ ਕਰਾਇਆ। ਦੁੱਖ ਦੀ ਗੱਲ ਸੀ ਜਦੋਂ ਸਰਕਾਰ ਇਹ ਕਹਿੰਦੀ ਸੀ ਕਿ ਪਰੇਡ ਕਰਨਗੇ ਜੀ ਇਹ 26 ਜਨਵਰੀ ਵਾਲੇ ਦਿਨ। ਯਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਆਖਿਆ ਸੀ ਜੈ ਕਿਸਾਨ ਜੈ ਜਵਾਨ। ਜੇ 26 ਜਨਵਰੀ ਨੂੰ ਜੇ ਜਵਾਨ ਪਰੇਡ ਕਰ ਸਕਦਾ, ਫਿਰ ਦੇਸ਼ ਦੇ ਕਿਸਾਨ ਕਿਉਂ ਨਹੀਂ ਪਰੇਡ ਕਰ ਸਕਦੇ? ਉਹਨਾਂ ਦਾ ਵੀ ਹੱਕ ਆ, ਜਿਹੜੇ ਕਿਸਾਨਾਂ ਨੇ ਆਪਦੇ ਬਲਦਾਂ ਦੇ ਹਲਾਂ ਨੂੰ ਹਥਿਆਰ ਬਣਾ ਕੇ ਦੇਸ਼ ਦੀ ਜੰਗ ਜਿੱਤ ਕੇ ਦਿੱਤੀ ਆ, ਆਪਦੇ ਸਿਰ ਵਾਰੇ ਆ, ਖੂਨ ਡੋਲਿਆ, ਉਹ ਕਿਸਾਨਾਂ ਨੂੰ ਵੀ ਹੱਕ ਆ ਨਾ ਦੇਸ਼ ਦੇ। ਨਹੀਂ ਤਾਂ ਫਿਰ ਡਾਕਟਰ ਮੁਹੰਮਦ ਇਕਬਾਲ ਐਵੇਂ ਤਾਂ ਨਹੀਂ ਆਖਦਾ ਉਹਨੇ ਇਹ ਨਾਜ਼ਮ ਮੈਨੂਅਲ ਤਾਂ ਹੀ ਲਿਖੀ ਹੋਊਗੀ ਜਦੋਂ ਇੱਥੋਂ ਦੀਆਂ ਹਕੂਮਤਾਂ ਨਾ ਇਹੋ ਜਿਹਾ ਵਿਹਾਰ ਕਰਦੀਆਂ ਸੀ। ਉਹ ਕਹਿੰਦੇ ਜਬ ਇਸ ਗੁਲਸਿस्तान को पड़ी लहू की ज़रूरत, जब इस गुलस्तान को पड़ी लहू की ज़रूरत, सबसे पहले हमारी गर्दन कटी, फिर भी कहते हैं हमसे ये अहले चमन, ये हमारा चमन है तुम्हारा नहीं। कहता बात होती गुलों तक तो सह लेते हम, बात होती गुलों तक तो सह लेते हम, अब तो कांटों पर भी हक हमारा नहीं। ਉਹ ਕਹਿੰਦਾ ਜੇ ਫੁੱਲਾਂ ਤੱਕ ਹੱਕ ਜਤਾਇਆ ਜਾਂਦਾ, ਕਹਿੰਦਾ ਅਸੀਂ ਸਮਝ ਲੈਂਦੇ, ਬਰਦਾਸ਼ਤ ਕਰ ਲੈਂਦੇ। ਕਹਿੰਦਾ ਯਾਰ ਸਾਡਾ ਤਾਂ ਹੁਣ ਕੰਡਿਆਂ ਤੇ ਵੀ ਕਹਿੰਦਾ ਹੱਕ ਨਹੀਂ, ਉਹ ਅਸੀਂ ਸਿਰ ਵਾਰੇ ਆ। ਸਾਨੂੰ ਐਂ ਲੱਗਦਾ ਜਦੋਂ ਸਾਡੀ ਪਰੇਡ ਨੂੰ ਰੋਕਿਆ ਗਿਆ, ਥਾਂ ਥਾਂ ਡਿੱਕੇ ਲਾਏ ਗਏ, ਉਦੋਂ ਸਾਨੂੰ ਐਂ ਲੱਗਦਾ ਯਾਰ ਇਹ ਸਿਰ ਵਾਰੇ ਕਿਸਾਨਾਂ ਨੇ ਦੇਸ਼ ਨੂੰ ਯਾਦ ਕਰਾਉਣ ਦੀ ਖਾਤਰ। ਅੱਜ ਸਾਨੂੰ ਪਰੇਡ ਕਰਨ ਦਾ ਵੀ ਹੱਕ ਨਹੀਂ, ਸਾਨੂੰ ਅੱਜ ਪ੍ਰੋਟੈਸਟ ਕਰਨ ਦਾ ਵੀ ਹੱਕ ਨਹੀਂ। ਸਾਡੇ ਦੇਸ਼ ਦੇ ਵਿੱਚ ਸਾਡੇ ਨਾਲ ਇਹੋ ਜਿਹਾ ਵਿਤਕਰਾ ਕੀਤਾ ਜਾ ਰਿਹਾ ਜਿੱਥੇ ਸਾਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ। ਸਗੋਂ ਸਾਡੀਆਂ ਮੰਗਾਂ ਮੰਨਣੀਆਂ ਚਾਹੀਦੀਆਂ। ਸਾਡੇ ਕੋਲੇ ਸਮਾਂ ਜੀ ਦੇਸ਼ ਦਾ ਪ੍ਰਧਾਨ ਮੰਤਰੀ ਜੇ ਕਿਸਾਨਾਂ ਦਾ ਪ੍ਰਧਾਨ ਮੰਤਰੀ ਹੁੰਦਾ, ਉਹ ਸਾਡੇ ਇੱਥੇ ਵਿੱਚ ਆਉਂਦਾ ਉਦਣ ਦਾ, ਸਾਡੇ ਨਾਲ ਗੱਲ ਕਰਦਾ ਕਿਸਾਨ ਆਗੂਆਂ ਨਾਲ ਆ ਕੇ ਕਿ ਤੁਹਾਨੂੰ ਕੀ ਖਾਸੇ ਆ, ਤੁਸੀਂ ਕਿਉਂ ਨਾਰਾਜ਼ਗੀ ਪ੍ਰਗਟ ਕਰਨੇ ਆ? ਜੇ ਤੁਹਾਨੂੰ ਨਾਰਾਜ਼ਗੀ ਆ ਕਿ ਇਹ ਗਲਤ ਆ ਚੱਕੋ ਰੱਦ ਹੁਣੇ ਕਰਦੇ ਆ ਹੁਣੇ ਕਰਦੇ ਆ ਰੱਦ। ਉਹਦੇ ਇਹੋ ਜਿਹੇ ਫੈਸਲੇ ਚਾਹੀਦੇ, ਇਹੋ ਜਿਹੇ ਫੈਸਲੇ ਨਹੀਂ ਚਾਹੀਦੇ ਕਿ ਸਾਡੇ ਮੋਰਚੇ ਨੂੰ ਬਦਨਾਮ ਕੀਤਾ ਜਾਵੇ, ਸਾਡੇ ਮੋਰਚੇ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਕਰਾਈਆਂ ਜਾਣ ਜਿਹਦੇ ਨਾਲ ਸਾਡੇ ਮੋਰਚੇ ਨੂੰ ਬਦਨਾਮੀ ਪੂਰੀ ਦੁਨੀਆ ਵਿੱਚ ਦਿਖਾਇਆ ਜਾਵੇ, ਬਦਨਾਮ ਕਰਕੇ। ਕੱਲ੍ਹ ਦੇ ਤੁਸੀਂ ਦੇਖ ਰਹੇ ਹੋ ਸਾਰੇ ਇਹਨਾਂ ਦੇ ਗੋਦੀ ਮੀਡੀਆ ਨੇ ਇਹੋ ਜਿਹਾ ਪ੍ਰਚਾਰ ਹੀ ਕੀਤਾ ਕਿ ਆ ਦੇਖੋ ਇਹ ਤਾਂ ਅੱਤਵਾਦੀ ਆ ਜੀ, ਇਹ ਤਾਂ ਖਾਲਿਸਤਾਨੀ ਆ, ਵੱਖਵਾਦੀ ਆ, ਇਹ ਤਾਂ ਮਾਓਵਾਦੀ ਆ, ਇਹਨਾਂ ਨੇ ਇੱਥੇ ਦੇਖੋ ਕੀ ਕਰਤਾ। ਉਹ 'ਚ ਕੀ ਕਰਤਾ? ਤੁਸੀਂ ਕਰਾਇਆ। ਸਾਨੂੰ ਬਦਨਾਮ ਕਰਦੇ ਆ ਕਿ ਤੁਸੀਂ ਇਹਨਾਂ ਨੇ ਕੀਤਾ, ਪਰ ਕਰਾਇਆ ਉਹਨਾਂ ਨੇ ਆ, ਕਰਾਇਆ ਉਹਨਾਂ ਨੇ। ਉਹਨਾਂ ਨੂੰ ਮੈਂ ਦੱਸਦਾ ਕਿ ਜ਼ਮਾਨਾ ਜਾਣਤਾ ਹੈ, ਜ਼ਮਾਨਾ ਜਾਣਤਾ ਹੈ ਕਿਸਕਾ ਦਾਮਨ ਸਾਫ ਹੈ, ਤੇਰੇ ਕਹਿਣੇ ਸੇ ਕੋਈ ਬਦਨਾਮ ਨਹੀਂ ਹੋਤਾ। ਇਹ ਦੁਨੀਆ ਨੂੰ ਪਤਾ ਕਿਹਦਾ ਦਾਮਨ ਸਾਫ ਆ, ਕਿਹਦਾ ਦਾਮਨ ਲਿਬੜਿਆ ਹੋਇਆ। ਇਹਨਾਂ ਦਾ ਆਪ ਦਾ ਦਾਮਨ ਲਿਬੜਿਆ ਹੋਇਆ, ਇਹਨਾਂ ਲੋਕਾਂ ਨੇ ਕਰਾਇਆ। ਇਹ ਲੋਕ ਉਹਦੇ ਵਿੱਚ ਸ਼ਾਮਲ ਸੀ। ਜਦੋਂ 1947 ਵੇਲੇ ਸਾਡੇ ਦੇਸ਼ ਦੇ ਜਦੋਂ ਆਜ਼ਾਦ ਹੋਇਆ, ਡਿਵਾਈਡ ਹੋਇਆ, ਸਾਡੀਆਂ ਵੰਡ ਹੋਈ ਸਾਡੇ ਦੇਸ਼ ਦੀ 1947 ਦੇ ਵਿੱਚ, ਸਾਡੇ ਇੱਧਰੋਂ ਕਾਫਲੇ ਪਾਕਿਸਤਾਨ 'ਚ ਗਏ, ਪਾਕਿਸਤਾਨ ਦੇ ਇੱਧਰੋਂ ਆਏ। ਪਰ ਜਦੋਂ ਸਾਡੇ ਉਹ ਕਾਫਲੇ ਇੱਕ ਦੋ ਜਾ ਰਹੇ ਸੀਗੇ, ਲੁੱਟੇ ਗਏ ਕਾਫਲੇ, ਸਾਡੇ ਧੀਆਂ ਦੀਆਂ ਸਿਰਾਂ ਤੋਂ ਚੁੰਨੀਆਂ ਨੋਚੀਆਂ ਗਈਆਂ। ਤੇ ਜਦੋਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਬਣਿਆ ਤੇ ਉਹ ਪਾਰਲੀਮੈਂਟ ਦੇ ਵਿੱਚੋਂ ਵੋਲ ਕੇ ਬਾਹਰ ਨਿਕਲਿਆ ਤੇ ਇੱਕ ਰਫੂਜੀ ਨੇ ਉਹਦੀ ਬਾਂਹ ਫੜ ਲਈ, ਉਹਦੀ ਰਫੂਜੀ ਨੇ ਬਾਂਹ ਫੜ ਲਈ। ਉਹ ਕਹਿੰਦਾ ਇੱਧਰ ਆ, ਉਹ ਕਹਿੰਦਾ ਮੈਨੂੰ ਇਹ ਦੱਸ ਕਿ ਕਾਫਲੇ ਕਿਉਂ ਲੁੱਟੇ ਗਏ, ਜਿਹੜੇ ਕਾਫਲੇ ਆਏ ਸੀ ਲੁੱਟੇ ਕਿਉਂ ਗਏ? ਤੇ ਉਹਨੂੰ ਕੋਈ ਜਵਾਬ ਨਹੀਂ ਆ ਰਿਹਾ ਸੀ ਪੰਡਤ ਜਵਾਹਰ ਲਾਲ ਨਹਿਰੂ ਨੇ। ਉਹਨੇ ਬਾਂਹ ਫੜ ਕੇ ਆਖਿਆ ਕਿ ਇੱਧਰ ਉੱਧਰ ਕੀ ਬਾਤ ਨਾ ਕਰ, ਇੱਧਰ ਉੱਧਰ ਕੀ ਬਾਤ ਨਾ ਕਰ, ਜੇ ਬਤਾ ਕਾਰਮਾ ਲੂਟਾ ਕਿਉਂ ਗਿਆ? ਇਹ ਦੱਸ ਕਿ ਕਾਫਲੇ ਕਿਉਂ ਲੁੱਟੇ ਗਏ, ਇੱਧਰ ਉੱਧਰ ਦੀਆਂ ਗੱਲਾਂ ਨਾ ਕਰ। ਉਹਨੂੰ ਕੋਈ ਜਵਾਬ ਨਹੀਂ ਆ ਰਿਹਾ ਸੀ, ਤੇ ਫਿਰ ਆਪ ਉਹ ਰਫੂਜੀ ਕਹਿੰਦਾ कारबां के लुट जाने का गम नहीं है, सवाल तो तेरी रहबरी का है। ਉਹ ਕਹਿੰਦਾ ਸਾਨੂੰ ਕਾਫਲਿਆਂ ਦਾ ਲੁੱਟਿਆ ਜਾਣ ਦਾ ਦੁੱਖ ਨਹੀਂ, ਦੁੱਖ ਸਾਨੂੰ ਇਸ ਗੱਲ ਦਾ ਕਿ ਤੇਰੇ ਹੁੰਦੇ ਕਾਫਲੇ ਲੁੱਟੇ ਜਾਣ, ਇਸ ਗੱਲ ਦਾ ਦੁੱਖ ਆ। ਫਿਰ ਉਹਨੂੰ ਜਵਾਬ ਨਹੀਂ ਸੀ, ਫਿਰ ਉਹ ਕਹਿੰਦਾ ਮੈਂ ਤੈਨੂੰ ਜਵਾਬ ਦਿੰਦਾ। ਉਹ ਰਫੂਜੀ ਕਹਿੰਦਾ ਤੇਰਾ ਰਾਹ ਜਨੋਂ ਸੇ ਖਾ ਵਾਸਤਾ, ਕਹਿੰਦਾ ਤੂੰ ਉਹ ਕਾਫਲੇ ਲੁੱਟਣ ਵਾਲੇ ਡਾਕੂਆਂ 'ਚ ਤੂੰ ਰਲਿਆ ਹੋਇਆ ਸੀ,
ਤੇਰਾ ਰਲਿਆ ਹੋਇਆ ਸੀ, ਸ਼ਮੂਲੀਅਤ ਸੀ, ਤੇਰੀ ਸਹਿਮਤੀ ਸੀ, ਤਾਂ ਕਾਫਲੇ ਲੁੱਟੇ ਗਏ। ਜਿਹੜੀ ਕੱਲ ਸਰਕਾਰ ਨੇ ਸਾਡੇ ਕਾਫਲਿਆਂ ਉੱਤੇ ਜਿਹੜਾ ਕੁਛ ਸਾਡੇ ਕਾਫਲਿਆਂ ਤੋਂ ਕਰਵਾਇਆ ਜਾਂ ਵਿੱਚ ਕਰਵਾਇਆ, ਸ਼ਰਾਰਤੀ ਆਨਸਰ ਵਾੜ ਕੇ, ਇਹ ਮੋਦੀ ਸਰਕਾਰ ਨੇ ਕਰਾਇਆ ਸਾਨੂੰ ਬਦਨਾਮ ਕਰਨ ਦੀ ਖਾਤਰ। ਪਰ ਇਹ ਸਾਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ। ਇਹ ਮੋਰਚਾ ਜਿੱਤਣ ਲਈ ਲਾਇਆ, ਜਿੱਤ ਕੇ ਇੱਥੋਂ ਦਿਲੋਂ ਜਾਵਾਂਗੇ। ਇਹ ਵੀ ਗੱਲਾਂ ਅੱਜ ਸੁਣਨ ਦੇ ਵਿੱਚ ਬਾਈ ਆ ਰਹੀਆਂ ਨੇ ਕਿ ਜਿਹੜੇ ਕੁਝ ਲੋਕ ਨੇ, ਜਿਹੜੇ ਕਿਸਾਨ ਭਰਾ ਨੇ, ਉਹ ਮੁੜ ਰਹੇ ਨੇ। ਹਾਲਾਂਕਿ ਚਲੋ ਇਹ ਵੀ ਮੰਨ ਲੈਂਦੇ ਆ ਕਿ 26 ਦੀ ਪਰੇਡ ਦੇ ਲਈ ਆਏ ਸੀ। ਤੁਸੀਂ ਅੱਜ ਦਾ ਦੱਸਿਆ ਕਿ ਅਸੀਂ ਗਰਾਊਂਡ ਤੇ ਜਾ ਕੇ ਹਰ ਇੱਕ ਟਰਾਲੀ ਦੇ ਨਾਲ, ਟਰੈਕਟਰ ਦੇ ਨਾਲ ਗੱਲ ਕੀਤੀ। ਅੱਜ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ, ਜਦੋਂ ਐਂਟਰ ਕਰਦੇ ਹਾਂ ਕੁੰਡਲੀ ਬਾਰਡਰ, ਤਾਂ ਉੱਥੇ ਵੀ ਬੈਨਰ ਲਾਏ ਗਏ ਸੀ ਕਿ ਆਪਾਂ ਜਾਣਾ ਨਹੀਂ ਹੈ, ਇਹ ਸਮਾਂ ਜਿਹੜਾ ਆ ਸੰਘਰਸ਼ ਦੇ ਵਿੱਚ ਇਕੱਠ ਵਧਾਉਣ ਦਾ ਆ। ਬਿਲਕੁਲ ਜੀ, ਬਿਲਕੁਲ। ਬਹੁਤ ਸਾਰੇ ਕਿਸਾਨ 26 ਦੀ ਪਰੇਡ ਲਈ ਆਏ ਸੀ। ਕੱਲੇ ਕਿਸਾਨ ਸੀ, ਇਹੋ ਜਿਹੇ ਕਿਸਾਨ ਸੀ ਜਿਹੜੇ ਮੈਨੂੰ ਖੁਦ ਪਤਾ, ਜਿਹੜੇ ਕੱਲੇ ਸੀ। ਉਹ ਟਰੈਕਟਰ ਵੀ ਲੈ ਕੇ ਆਏ ਵਿਚਾਰੇ, ਉਹਨਾਂ ਦੀ ਮਜਬੂਰੀ ਸੀ ਘਰਾਂ ਨੂੰ ਵਾਪਸ ਜਾਣਾ। ਇਹ ਨਹੀਂ ਗੱਲ ਹੈਗੀ ਕਿ ਉਹ ਨਿਰਾਸ਼ ਹੋ ਕੇ ਜਾ ਰਹੇ, ਉਹ ਫੇਰ ਦੁਬਾਰਾ ਆਉਣਗੇ। ਔਰ ਬਹੁਤ ਵੱਡੀ ਗਿਣਤੀ ਵਿੱਚ ਵਾਪਸੀ ਨਹੀਂ ਹੋਈ ਪੰਜਾਬ ਨੂੰ, ਜਾਂ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵਾਪਸ ਨਹੀਂ ਹੋਏ ਕਿਸਾਨ, ਉਹ ਇੱਥੇ ਹੀ ਬੈਠੇ ਆ। ਉਹਨਾਂ ਨੂੰ ਪਤਾ ਹੈ ਲੜਾਈ ਜਿੱਤਣ ਲਈ ਜਿਹੜੀ ਲਾਈ ਗਈ ਆ, ਉਹ ਜਿੱਤ ਕੇ ਜਾਵਾਂਗੇ ਅਸੀਂ। ਹਾਰਨ ਲਈ ਉਹ ਨਹੀਂ ਆਏ ਇੱਥੇ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਜੇ ਅਸੀਂ ਹੁਣ ਹਾਰ ਗਏ ਤੇ ਅਸੀਂ ਆਉਣ ਵਾਲੇ 50 ਸਾਲ ਤੱਕ ਕਦੇ ਵੀ ਸਿਰ ਚੁੱਕਣ ਜੋਗੇ ਨਹੀਂ ਰਹਾਂਗੇ, ਆਉਣ ਵਾਲੀਆਂ ਨਸਲਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ ਕਿ ਅਸੀਂ ਦਿਲੋਂ ਹਾਰ ਕੇ ਆਏ ਸੀ। ਇਸ ਕਰਕੇ ਮੋਰਚਾ ਜਿੱਤਣ ਲਈ ਲੱਗਿਆ, ਜਿੱਤ ਕੇ ਹੀ ਜਾਣਾ। ਇਸ ਕਰਕੇ ਜਿਹੜੇ ਹਜੇ ਵੀ ਘਰਾਂ ਵਿੱਚ ਬੈਠੇ ਆ, ਰਜਾਈਆਂ ਦੇ ਵਿੱਚ ਵੜੇ ਬੈਠੇ ਆ, ਰਜਾਈਆਂ ਦਾ ਨਿੱਘ ਮਾਣ ਰਹੇ ਆ, ਉਹਨਾਂ ਨੂੰ ਬੇਨਤੀ ਕਰਦਾ ਮੈਂ ਤੁਹਾਡੇ ਟੈਲੀਵਿਜ਼ਨ ਦੇ ਰਾਹੀਂ, ਤੁਹਾਡੇ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ, ਕਿ ਆਓ ਦਿੱਲੀ ਮੋਰਚਾ ਲੱਗਿਆ ਹੋਇਆ, ਸਰਕਾਰ ਨਾਲ ਮੱਥਾ ਲੱਗਿਆ ਹੋਇਆ ਇੱਕ ਪਾਸੇ, ਜਿਹੜੀ ਸਾਨੂੰ ਬਦਨਾਮ ਕਰਨ ਦੀ ਖਾਤਰ ਇਹੋ ਜਿਹੀਆਂ ਕੁਝੀਆਂ ਚਾਲਾਂ ਚੱਲਦੀ ਆ। ਅਸੀਂ ਉਹ ਸਰਕਾਰ ਨੂੰ ਹਰਾਉਣ ਦੀ ਖਾਤਰ ਇੱਥੇ ਆਓ। ਔਰ ਜਿਵੇਂ ਫੈਜ਼ ਅਹਿਮਦ ਫੈਜ਼ ਕਹਿੰਦਾ ਕਿ ਇਹ खाक नसीनो उठ बैठो, वो वक्त करीब आ पहुँचा जब ताज छाले जाएंगे, जब राज गिराए जाएंगे। हुण राज गिराउण दा वेला ते ताज छालण दा वेला। ये मिट्टी दे वारसो, मिट्टी दे पुत्रो, दिल्ली वाल आओ। असीं दिल्लों जित के जाना, असीं जितण लई बने, असीं हारन लई बने नहीं, जित के जावांगे। तुहाडा धन्नवाद जी। सो एक लास्ट आखिरी सवाल है कि लगदा हुण किसान भरा उन्हां नूं वड़न दे देणगे उन्हां लोकां नूं जिहड़े लोकां ने कुरजियां हरकतां कीतीआं ने अपने अंदोलन दे विच, हालांकि पहलां अंदोलन दे विच ही रहे आ। और ਇਹ ਆਉਣ ਵਾਲੇ ਦਿਨਾਂ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਅੱਖਾਂ ਦੇ, ਕਿਉਂਕਿ ਕਿਸਾਨਾਂ ਨੂੰ ਸਭ ਬਾਰੇ ਪਤਾ ਕਿ ਕਿਹਨੇ ਕੀ ਕੀਤਾ। ਉਹਨੂੰ ਕਿਸਾਨਾਂ ਨੂੰ ਹਰੇਕ ਗੱਲ ਬਾਰੇ ਜਾਣਕਾਰੀ ਆ। ਆਉਣ ਵਾਲੇ ਦਿਨਾਂ ਵਿੱਚ ਦੇਖੋਗੇ ਤੁਸੀਂ ਕਿਸ ਢੰਗ ਦੇ ਨਾਲ ਇਹ ਮੋਰਚਾ ਚੜ੍ਹਦੀ ਕਲਾ ਲਈ ਚੱਲੂਗਾ। ਔਰ ਉਹਨਾਂ ਲੋਕਾਂ ਨੂੰ ਪਛਾਣ ਕੇ ਇੱਥੋਂ ਜਾਣੀ ਕਿ ਉਹ ਪਹਿਲੀ ਗੱਲ ਤਾਂ ਆਪ ਹੀ ਨਹੀਂ ਵੜਨਗੇ, ਪਰ ਜੇ ਫੇਰ ਵੀ ਕੋਈ ਹੋਊਗੀ, ਮੈਂ ਸਮਝਦਾ ਕਿ ਅਸੀਂ ਇਹ ਮੋਰਚੇ ਲਈ ਜਿੱਤਣ ਲਈ ਬਣਿਆ ਏ, ਲੱਗਿਆ ਹੋਇਆ, ਤੇ ਅਸੀਂ ਜਿੱਤ ਕੇ ਜਾਣਾ। ਇਹਦੇ ਲਈ ਸਾਡੇ ਲਈ ਕੋਈ ਵੀ ਸਾਨੂੰ ਕੁਝ ਕਰਨਾ ਪਵੇ, ਅਸੀਂ ਹਰੇਕ ਗੱਲ ਕਰਨ ਲਈ ਤਿਆਰ ਹਾਂ। ਔਰ ਉਹਨਾਂ ਲੋਕਾਂ ਨੂੰ ਅਸੀਂ ਸੁਨੇਹਾ ਵੀ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਅੱਜ ਠੀਕ ਆ ਕਿ ਉਹ ਕਰਕੇ, ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਕਿਸ ਢੰਗ ਦੇ ਨਾਲ ਚੱਲ ਰਿਹਾ। ਬਹੁਤ ਸਾਰੇ ਉਹ ਕਾਫਲੇ ਦੇ ਵਿੱਚ ਰਲੇ ਵੀ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ, ਜਾਣਕਾਰੀ ਨਹੀਂ ਸੀ, ਉਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ। ਬਹੁਤ ਸਾਰੇ ਲੋਕ ਉੱਧਰ ਨੂੰ ਗਏ। ਇਸ ਕਰਕੇ ਸਾਨੂੰ ਕੱਲ੍ਹ ਬੜਾ ਇਸ ਗੱਲ ਦੀ ਤਕਲੀਫ ਸੀ ਕਿ ਜੇ ਸਾਡੀ ਪਹਿਲਾਂ ਜਿਵੇਂ ਸਾਡੇ ਕਿਸਾਨਾਂ ਨੇ ਇੱਕ ਟਰੈਕਟਰ ਪਰੇਡ ਕੀਤੀ ਸੀ, ਜਿਵੇਂ ਕਿ ਉਦੋਂ ਉਵੇਂ ਹੋ ਜਾਂਦੀ। ਯਾਰ ਇੰਨਾ ਲੱਖਾਂ ਟਰੈਕਟਰ ਇੱਥੇ ਆਇਆ ਸੀ, ਲੱਖਾਂ ਟਰੈਕਟਰ, ਐਡਾ ਵੱਡਾ ਪਰੇਡ ਹੋਣੀ ਸੀ, ਪੂਰੀ ਦੁਨੀਆ ਨੇ ਵੇਖਣਾ ਸੀ। ਹੁਣ ਸਾਡੀ ਨਿੱਕੀ ਜਿਹੀ ਨੈਗੇਟਿਵਿਟੀ ਜਿਹੜੀ ਸਰਕਾਰ ਨੇ ਇਹਦੇ ਵਿੱਚ ਫੈਲਾ ਕੇ, ਆਪ ਹੀ ਸਾਰਾ ਕੁਝ ਕਰਾ ਕੇ ਸਾਨੂੰ ਬਦਨਾਮ ਕੀਤਾ, ਉਹ ਸਾਡੀ ਦੁਨੀਆ ਤੱਕ ਗੱਲ ਹਜੇ ਤਾਈਂ ਜਾਣ ਨਹੀਂ ਦਿੱਤੀ, ਕਿਉਂਕਿ ਸੋਸ਼ਲ ਮੀਡੀਆ ਸਾਰਾ ਕੱਲ੍ਹ ਬੰਦ ਕਰ ਦਿੱਤਾ ਗਿਆ ਸੀ। ਹੁਣ ਜਾਊਗੀ, ਹੁਣ ਦਿਖਾਵਾਂਗੇ ਵੀ ਇੰਨੇ ਵਧੀਆ ਸ਼ਾਂਤੀ ਨਾਲ ਟਰੈਕਟਰ ਇੱਥੋਂ ਗਏ ਆ। 20% ਟਰੈਕਟਰ ਉੱਧਰ ਨਹੀਂ ਗਏ ਆ। 80% ਟਰੈਕਟਰ ਸਾਡੇ ਮੋਰਚੇ ਚੜੇ ਰਹੇ ਆ, ਕਿਉਂਕਿ ਇੰਨਾ ਰਾਸੀ ਇੰਨਾ ਸੀਗਾ, ਕਿਉਂਕਿ ਇੱਥੇ ਟ੍ਰੈਫਿਕ ਦੇ ਵਿੱਚ ਫਸ ਗਏ, ਕਿਉਂਕਿ ਨਿਕਲਣ ਨੂੰ ਬਹੁਤ ਵਕਤ ਲੱਗਿਆ, ਕਿਉਂਕਿ ਬਹੁਤ ਵੱਡਾ ਸਾਡਾ ਇਹ ਜਿਹੜਾ ਟਰੈਕਟਰ ਪਰੇਡ ਸੀਗੀ। ਔਰ ਉਹ ਸ਼ਰਾਰਤੀ ਅਨਸਰਾਂ ਨੂੰ ਆਵਾਜ਼ ਆਉਣਾ ਚਾਹੀਦਾ। ਹੁਣ ਵੀ ਉਹਨਾਂ ਨੂੰ ਮੈਂ ਹੱਥ ਬੰਨ੍ਹਦਾ, ਰੱਬ ਦੇ ਵਾਸਤੇ ਯਾਰ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ, ਕਿਉਂਕਿ ਪੰਜਾਬ ਦੇ ਭਲਾ ਜ਼ਰੂਰੀ ਆ, ਕਿਸਾਨਾਂ ਦਾ ਭਲਾ ਜ਼ਰੂਰੀ ਆ। ਜੇ ਹੁਣ ਆਪਾਂ ਹਾਰ ਗਏ ਯਾਰ, ਆਪਣੇ ਕਿਸਾਨ ਮਾਰੇ ਜਾਣਗੇ, ਆਪਣੀਆਂ ਜ਼ਮੀਨਾਂ ਖੂਹਾਂ ਜਾਣਗੀਆਂ। ਇਸ ਕਰਕੇ ਆਪਾਂ ਨੂੰ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ, ਆਪਦੀਆਂ ਫਸਲਾਂ ਨੂੰ ਬਚਾਉਣ ਦੀ ਖਾਤਰ, ਆਪਦੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਸਾਡੀ ਪੱਗ ਦਾ ਸਵਾਲ ਆ ਯਾਰ। ਪੱਗ ਤੇ ਦਾਗ ਨਾ ਲੱਗੇ, ਆਪਣੀ ਪੱਗ ਨਾ ਢਹਿ ਲੈ ਜੇ ਕਿਤੇ ਸਿਰ ਤੋਂ। ਇਸ ਕਰਕੇ ਮੋਰਚਾ ਜਿੱਤਣਾ, ਉਹਨਾਂ ਨੂੰ ਵੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਜਿਹੜੇ ਹਜੇ ਵੀ ਕੋਈ ਕੁਝੀਆਂ ਚੱਲਦੀਆਂ ਹੁਣ ਨਾ ਕਰੋ, ਕਿਰਪਾ ਕਰਕੇ। ਇਹ ਮੋਰਚਾ ਜਿੱਤਣ ਲਈ ਲੱਗਿਆ, ਜਿੱਤਣਾ ਆਪਾਂ ਬੜਾ ਜ਼ਰੂਰੀ ਆ ਆਪਣੇ ਲਈ। ਧੰਨਵਾਦ ਜੀ ਮਿੰਟੂ ਬਾਈ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਧੰਨਵਾਦ। ਸੋ ਮੇਰੇ ਨਾਲ ਬਾਈ ਮਿੰਟੂ ਸਰਪੰਚ ਸੀ, ਜਿਨ੍ਹਾਂ ਨੇ ਇਹ ਚੀਜ਼ ਦੱਸੀ ਆ ਕਿ ਜਿਹੜੇ ਜਿੱਦਾਂ ਅਸੀਂ ਕੁੰਡਲੀ ਤੋਂ ਆਏ ਹਾਂ ਤਾਂ ਸਾਨੂੰ ਵੀ ਇਹ ਚੀਜ਼ ਦੇਖਣ ਨੂੰ ਮਿਲੀ ਆ ਕਿ ਇੱਕ ਬੈਨਰ ਹੱਥਾਂ ਦੇ ਵਿੱਚ ਜ਼ਰੂਰ ਫੜੇ ਹੋਏ ਸੀ, ਜਿਨ੍ਹਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਆਪਾਂ ਇਹ ਸਮਾਂ ਜਿਹੜਾ ਆ ਇਕੱਠ ਵਧਾਉਣ ਦਾ ਆ, ਇਕੱਠੇ ਮਤਲਬ ਜਾਣ ਦਾ ਨਹੀਂ ਹੈ, ਇੱਥੋਂ ਜਾਣ ਦਾ ਨਹੀਂ ਆ, ਅੰਦੋਲਨ ਤੋਂ ਜਾਣ ਦਾ ਨਹੀਂ ਆ। ਸੋ ਇੱਦਾਂ ਦੇ ਗਰਾਊਂਡ ਜ਼ੀਰੋ ਦੀ ਰਿਪੋਰਟ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।